ਕਰਤਾਰਪੁਰ ਵੀਜ਼ਾ ਫ੍ਰੀ ਐਂਟਰੀ ਨਹੀਂ ਹੋਵੇਗੀ, ਮਾਮਲਾ ਸਾਫ਼। ਬਿਲਕੁਲ ਜੀ, ਸਾਫ਼ ਹੋ ਗਿਆ ਕਿ ਵੀਜ਼ਾ ਫ੍ਰੀ ਐਂਟਰੀ ਨਹੀਂ ਹੋਏਗੀ। ਜਿੱਦਾਂ ਅੱਗੇ ਪ੍ਰਚਾਰਿਆ ਜਾ ਰਿਹਾ ਸੀਗਾ ਕਿ ਪਾਸਪੋਰਟ ਦੀ ਜ਼ਰੂਰਤ ਨਹੀਂ ਪਊਗੀ, ਫਿਰ ਕਿਹਾ ਗਿਆ ਕਿ ਪਾਸਪੋਰਟ ਦੀ ਸ਼ਾਇਦ ਜ਼ਰੂਰਤ ਪੈ ਜਾਵੇ ਪਰ ਵੀਜ਼ੇ ਦੀ ਜ਼ਰੂਰਤ ਨਹੀਂ ਪੈਣੀ, ਕਿਉਂਕਿ ਸਵੇਰ ਨੂੰ ਗਏ ਸ਼ਰਧਾਲੂ ਨੇ ਸ਼ਾਮ ਨੂੰ ਪਰਤੇ ਆਉਣਾ। ਪਰ ਹੁਣ ਹੋਰਾਂ ਨੇ ਸਾਫ਼ ਕਰ ਦਿੱਤਾ ਮਾਮਲਾ ਸਾਰਾ ਪੂਰਾ ਹੀ। ਉਹ ਕਹਿੰਦੇ ਆ ਕਿ ਵੀਜ਼ਾ ਵੀ ਲੱਗੇਗਾ ਤੇ ਪਾਸਪੋਰਟ ਦੀ ਵੀ ਜ਼ਰੂਰਤ ਪੈਣੀ ਆ। ਤੇ ਇਹ ਜਿਹੜਾ ਵੀਜ਼ਾ ਲੱਗਣਾ, ਮਤਲਬ ਕਿ ਵੀਜ਼ਾ ਇੱਦਾਂ ਦਾ ਲੱਗਣਾ ਵਾ ਕਿ ਜਿੱਦਾਂ ਕਿਸੇ ਨੇ ਪਾਸਪੋਰਟ ਬਣਾ ਕੇ ਇੱਕ ਖਾਸ ਪੋਰਟਲ ਤੇ ਉਹ ਅਪਲਾਈ ਕਰ ਦਿੱਤਾ, ਤਾਂ ਉਹਨਾਂ ਦੇ ਘਰੇ ਵਾਇਆ ਈਮੇਲ ਪੋਸਟ ਜਿੱਦਾਂ ਵੀ ਆ ਕਿ ਇੱਕ ਸਲਿੱਪ ਆਏਗੀ, ਉਹੀ ਵੀਜ਼ਾ ਗਿਣਿਆ ਜਾਏਗਾ। ਠੀਕ ਹੈ ਜੀ। ਤਾਂ ਆਹ ਪ੍ਰੋਸੈਸ ਹੋਏਗਾ। ਔਰ ਦੂਜੀ ਚੀਜ਼ ਸਾਫ਼ ਕਰ ਦਿੱਤੀ ਆ ਕਿ ਜੇ ਮੰਨ ਲਓ ਕਿਸੇ ਦੇ ਕੋਲ ਪਾਸਪੋਰਟ ਨਹੀਂ ਹੈਗਾ ਤਾਂ ਤਤਕਾਲ 'ਚ ਉਹ ਪਾਸਪੋਰਟ ਅਪਲਾਈ ਕਰਦਾ, ਚਾਹੇ ਸਾਂਝ ਕੇਂਦਰ 'ਚ ਜਾਂਦਾ, ਚਾਹੇ ਪੁਲਿਸ ਸਾਂਝ ਕੇਂਦਰ 'ਚ ਜਾਂਦਾ, ਚਾਹੇ ਪੋਸਟ ਆਫਿਸ 'ਚ ਜਾਂਦਾ, ਤਾਂ 1 ਦਿਨ ਜਾਂ 2 ਦਿਨ ਦੇ ਅੰਦਰ ਅੰਦਰ ਉਹਨੂੰ ਪਾਸਪੋਰਟ ਵੀ ਜਿਹੜਾ ਉਪਲਬਧ ਕਰਵਾ ਦਿੱਤਾ ਜਾਵੇਗਾ। ਤਾਂ ਇਹ ਖਾਸ ਇੱਕ ਇਹਨਾਂ ਨੇ ਪ੍ਰਬੰਧ ਕੀਤਾ ਵਾ। ਪਰ ਨਾਲ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੀ ਉਹ $20 ਵਾਲੀ ਐਂਟਰੀ ਆ, ਉਹ ਨਹੀਂ ਹਾਲੇ ਟਾਲੀ ਇਹਨਾਂ ਨੇ। ਮਤਲਬ ਕਿ ਉਹ $20 ਵਾਲਾ ਪੰਗਾ ਹਾਲੇ ਵੀ ਜਿਉਂ ਦਾ ਤਿਉਂ ਹੀ ਆ, ਉਹਦੇ ਵਿੱਚ ਉਹਨਾਂ ਨੇ ਕੋਈ ਵੀ ਰਿਆਇਤ ਨਹੀਂ ਦਿੱਤੀ। ਪਰ ਇੱਥੇ ਹੁਣ ਇੱਕ ਸਮੱਸਿਆ ਹੈ ਕਿ ਕੁਝ ਲੋਕ ਤੇ ਤਿਆਰੀ ਕਰੀ ਬੈਠੇ ਸੀਗੇ ਕਿ ਪਾਸਪੋਰਟ ਲੱਗਣਾ ਨਹੀਂ ਹੈ, ਪਾਸਪੋਰਟ ਤੋਂ ਬਿਨਾਂ ਵੀ ਚਲੇ ਜਾਵਾਂਗੇ। ਪਰ ਦੂਜੀ ਗੱਲ ਇਹ ਆ ਕਿ ਠੀਕ ਹੈ, ਕਹਿੰਦੇ ਆ ਕਿ ਤਤਕਾਲ 'ਚ ਮਿਲ ਜਾਊਗਾ, 1500 ਰੁਪਈਆ ਭਰੋ, ਤੁਹਾਨੂੰ ਪਾਸਪੋਰਟ ਹੈ ਜਿਹੜਾ ਦੇ ਦਿੱਤਾ ਜਾਊਗਾ 1-2 ਦਿਨਾਂ ਦੇ ਅੰਦਰ ਅੰਦਰ। ਪਰ ਗੱਲ ਇਹ ਆ ਨਾ ਕਿ ਬਹੁਤ ਸਾਰੇ ਲੋਕ ਆ ਜਿਹੜੇ ਉਹ ਇਹਨਾਂ ਪੰਗਿਆਂ ਤੋਂ ਵੀ ਡਰਦੇ ਆ। ਪਾਸਪੋਰਟ ਬਣਾਉਣਾ ਉਹਨਾਂ ਦੇ ਲਈ ਬਹੁਤ ਵੱਡੀ ਗੱਲ ਆ, ਪਰ ਉਹ ਲੋਚਾ ਰੱਖਦੇ, ਨੇਚਾ ਰੱਖਦੇ ਆ ਕਿ ਸਾਨੂੰ ਮੌਕਾ ਮਿਲੇ ਅਸੀਂ ਉੱਥੇ ਦਰਸ਼ਨ ਦਿਦਾਰੇ ਕਰੀਏ। ਤਾਂ ਉਹਨਾਂ ਲਈ ਮੇਰੇ ਖਿਆਲ ਦੇ ਨਾਲ ਇੱਕ ਝਟਕਾ ਹੈ, ਜਾਂ ਸਾਡੇ ਵਰਗਿਆਂ ਲਈ ਝਟਕਾ ਹੈ ਜਿਨ੍ਹਾਂ ਨੂੰ ਪਾਸਪੋਰਟ ਮਿਲਦਾ ਨਹੀਂ ਹੈ ਕੁਝ ਖਾਸ ਮਾਮਲਿਆਂ ਦੇ ਵਿੱਚ। ਸੋ ਇਹ ਕੁਝ ਖਾਸ ਲੋਕਾਂ ਲਈ ਮੁਸ਼ਕਲ ਜ਼ਰੂਰ ਖੜੀ ਕਰੂਗਾ। ਪਰ ਦੇਖਦੇ ਹਾਂ। ਉੱਦਾਂ 1 ਮਹੀਨੇ ਵਾਲਾ ਇਹਨਾਂ ਨੇ ਰੱਖਿਆ ਕਿ 1 ਮਹੀਨਾ ਪਹਿਲਾਂ ਅਪਲਾਈ ਕਰਨਾ ਪਊਗਾ ਜਿਹਨੇ ਵੀ ਜਾਣਾ, ਤਾਂ 1 ਮਹੀਨੇ ਤੋਂ ਬਾਅਦ ਹੀ ਵਾਰੀ ਆਊਗੀ। ਉਹ ਸਾਰੇ ਜਾਣੇ ਜਿਹੜਾ ਟਾਈਮ ਹੈ ਉਹ ਨੋਟ ਕਰ ਲਿਓ। ਜੀ ਜੀ ਬਿਲਕੁਲ। ਸੋ ਇਹ ਤਾਂ ਗੱਲ ਵਾਕਿਆ ਤੁਹਾਡੀ ਸਹੀ ਹੈ। ਹੁਣ ਪਾਸਪੋਰਟ ਬਣਾਉਣ ਲੱਗੇ ਬਹੁਤ ਸਾਰੇ ਲੋਕਾਂ ਦੇ ਕੋਲ ਅਜੇ ਕਿਸੇ ਨੂੰ ਬਰਥ ਸਰਟੀਫਿਕੇਟ ਨਹੀਂ ਲੱਭਣਾ, ਕਿਸੇ ਨੂੰ ਕੁਛ ਨਹੀਂ ਹੋਣਾ। ਸੋ ਬਹੁਤ ਸਾਰੀਆਂ ਬਿਲਕੁਲ ਬਜ਼ੁਰਗਾਂ ਲਈ ਵੀ ਬਹੁਤ ਔਖਾ ਜਿਹੜਾ ਜੀ ਬਿਲਕੁਲ ਜਿਹੜੇ ਸ਼ਰਧਾਵਾਨ ਆ, ਇਹ ਤਾਂ ਇੱਕ ਮਾੜੀ ਚੀਜ਼ ਜਿਹੜੀ ਆ ਉਹ ਆਈ ਥਿੰਕ ਇਹਦੇ ਲਈ ਕੁਛ ਨਾ ਕੁਛ ਜਿਹੜਾ ਹੱਲ ਉਹ ਕਰਨਾ ਚਾਹੀਦਾ ਸੀਗਾ। ਪਰ ਤੁਸੀਂ ਕਿਹਾ ਵੀ ਹੁਣ ਤਾਂ ਮਾਮਲਾ ਉਹਨਾਂ ਨੇ ਸਾਫ਼ ਕਰ ਹੀ ਦਿੱਤਾ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਕਹਿੰਦੇ SC ST ਐਕਟ ਜਿਹੜਾ ਵਰਗ ਆ ਉਹਨਾਂ ਦੇ ਲਈ ਸੁਪਰੀਮ ਕੋਰਟ ਦਾ ਆਇਆ ਵੱਡਾ ਫੈਸਲਾ। ਦੇਖੋ, ਸੁਪਰੀਮ ਕੋਰਟ ਦੇ ਵਿੱਚੋਂ ਇੱਕ ਫੈਸਲਾ ਆਇਆ ਸੀ, ਤੁਹਾਨੂੰ ਚੇਤੇ ਹੋਣਾ, 20 ਮਾਰਚ 2018 ਨੂੰ। ਤਾਂ ਉਹਦੇ 'ਚ ਉਹਨਾਂ ਨੇ ਸਾਫ਼ ਕਰ ਦਿੱਤਾ ਸੀਗਾ ਕਿ SC ST ਐਕਟ ਦੇ ਤਹਿਤ ਕੇਸ ਦਰਜ ਹੋਣ ਤੋਂ ਬਗੈਰ ਕੋਈ ਗ੍ਰਿਫਤਾਰੀ ਹੈ ਜਿਹੜੀ ਉਹ ਨਹੀਂ ਕੀਤੀ ਜਾ ਸਕਦੀ। ਤਾਂ ਉਸ ਤੋਂ ਬਾਅਦ ਫਿਰ ਭਾਰਤ ਬੰਦ ਹੋਇਆ ਸੀਗਾ, ਵਾਇਲੈਂਸ ਹੋਈ, ਹਿੰਸਾ ਹੋਈ, ਤੋੜ ਫੋੜ ਹੋਈ, ਫਿਰ ਸਿਆਸੀ ਉੱਠਕ ਬੈਠਕ ਹੋਈ। ਇਹਨਾਂ ਨੇ ਇੱਕ ਮੇਰੇ ਖਿਆਲ ਦੇ ਨਾਲ ਸੰਵਿਧਾਨ ਦੇ ਵਿੱਚ ਫਿਰ ਸੋਧ ਕੀਤੀ ਸੀਗੀ, ਸੌਰੀ ਸੰਵਿਧਾਨ ਦੇ ਵਿੱਚ ਤਾਂ ਨਹੀਂ ਕਹਿ ਸਕਦੇ, ਅਮੈਂਡਮੈਂਟ ਕੀਤੀ ਸੀ ਇਹਨਾਂ ਨੇ ਐਕਟ ਦੇ ਵਿੱਚ। ਤਾਂ ਉਸ ਤੋਂ ਬਾਅਦ ਫਿਰ ਹੁਣ ਸੁਪਰੀਮ ਕੋਰਟ ਨੇ ਆਪਣੇ ਹੀ ਫੈਸਲੇ ਨੂੰ, ਜਿਹੜਾ ਕਿ 2 ਜੱਜਾਂ ਦੇ ਪੈਨਲ ਵੱਲੋਂ ਦਿੱਤਾ ਗਿਆ ਸੀਗਾ, ਬੈਂਚ ਵੱਲੋਂ ਦਿੱਤਾ ਗਿਆ ਸੀਗਾ, ਉਸ ਫੈਸਲੇ ਨੂੰ ਖੁਦ ਹੀ ਪਲਟ ਦਿੱਤਾ ਇਹਨਾਂ ਨੇ। ਤਾਂ ਇਹਨਾਂ ਨੇ ਪਲਟ ਦਿੱਤਾ। ਤਾਂ ਜਿਹੜੀ ਉਹ ਰੋਕ ਲਾਈ ਸੀਗੀ ਉਹ ਰੋਕ ਹੁਣ ਹਟਾ ਦਿੱਤੀ ਹੈ। ਭਾਵ ਇਹ ਆ ਕਿ ਸੁਪਰੀਮ ਕੋਰਟ ਨੇ ਰਸਤਾ ਸਾਫ਼ ਕਰ ਦਿੱਤਾ ਕਿ ਤੁਰੰਤ ਗ੍ਰਿਫਤਾਰੀ ਹੈ ਜਿਹੜੀ ਉਹ ਹੋ ਸਕੇਗੀ। ਔਰ ਉਹਦੇ ਵਿੱਚ ਇਹਨਾਂ ਨੇ ਜੋ ਗਰਾਊਂਡ ਦਿੱਤਾ, ਜੋ ਹਵਾਲਾ ਦਿੱਤਾ, ਉਹ ਕਹਿੰਦੇ ਆ ਕਿ ਹਾਲੇ ਵੀ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ ਦੇ ਲੋਕ ਆ, ਜਿਹੜੇ SC ST ਲੋਕ ਆ, ਉਹਨਾਂ ਨੂੰ ਛੂਹਾ-ਛਾਤ ਅਤੇ ਦੁਰਵਿਹਾਰ ਦਾ ਸਾਹਮਣਾ ਕਰਨਾ ਪੈ ਰਿਹਾ। ਉਹਨਾਂ ਦਾ ਅਜੇ ਵੀ ਸਮਾਜਿਕ ਤੌਰ ਤੇ ਬਾਈਕਾਟ ਕੀਤਾ ਜਾਂਦਾ। ਦੇਸ਼ ਦੀ ਜਿਹੜੀ ਇਹ ਮੌਜੂਦਾ ਪ੍ਰਣਾਲੀ ਆ ਉਹਦੇ ਵਿੱਚ ਸਮਾਨਤਾ ਲਈ ਹਾਲੇ ਲੜਾਈ ਜਿਹੜੀ ਆ ਉਹ ਖਤਮ ਨਹੀਂ ਹੋਈ, ਮੁੱਕੀ ਨਹੀਂ ਹੈ। ਭਾਵ ਇਹ ਆ ਕਿ ਸੁਪਰੀਮ ਕੋਰਟ ਵੀ ਮੰਨਦਾ ਕਿ ਅੱਜ ਦੀ ਤਰੀਕ ਦੇ ਵਿੱਚ ਵੀ ਜਦੋਂ ਆਜ਼ਾਦੀ ਨੂੰ ਇੱਕ ਅਰਸਾ ਹੋ ਗਿਆ, ਡੈਮੋਕ੍ਰੇਸੀ ਨੂੰ ਇੱਕ ਅਰਸਾ ਹੋ ਗਿਆ, ਤਾਂ ਇਸ ਦੇਸ਼ ਦੇ ਵਿੱਚ ਸਮਾਨਤਾ ਨਹੀਂ ਆਈ। ਤਾਂ ਜਦ ਤੱਕ ਉਹ ਸਮਾਨਤਾ ਨਹੀਂ ਆਉਂਦੀ ਤਦ ਤੱਕ ਐਸੇ ਸਖਤ ਕਾਨੂੰਨ ਜਿਹੜੇ ਆ ਉਹ ਬਰਕਰਾਰ ਰਹਿਣੇ ਚਾਹੀਦੇ ਆ। ਠੀਕ ਆ, ਇੱਦਾਂ ਦੇ ਕਾਨੂੰਨ ਹੋਣੇ ਚਾਹੀਦੇ ਆ, ਹਰੇਕ ਬੰਦੇ ਦੇ ਅਧਿਕਾਰਾਂ ਦੀ ਰਾਖੀ ਕਾਨੂੰਨ ਵੱਲੋਂ ਕੀਤੀ ਜਾਣੀ ਚਾਹੀਦੀ ਆ। ਪਰ ਰੌਲਾ ਤੇ ਇੱਥੇ ਆ ਕੇ ਪੈਂਦਾ ਨਾ, ਜਦੋਂ ਇਸ ਕਾਨੂੰਨ ਦੀ ਕਵਰਤੋਂ ਹੁੰਦੀ ਹੈ, ਦੁਰਵਰਤੋਂ ਹੁੰਦੀ ਹੈ,
ਕੋਈ ਗੱਲ ਹੋਰ ਹੁੰਦੀ ਆ ਪਰ ਗੱਲ ਬਣਾ ਹੋਰ ਦਿੱਤੀ ਜਾਂਦੀ ਆ। ਪਰ ਉਹਦੇ ਵਿੱਚ ਫਿਰ ਉਹ ਜਿਹੜੀਆਂ ਕਾਨੂੰਨੀ ਪੇਚੀਦਗੀਆਂ ਹੁੰਦੀਆਂ, ਕਾਨੂੰਨੀ ਸਖਤਾਈਆਂ ਹੁੰਦੀਆਂ, ਉਹ ਐਸਾ ਰੰਗ ਬਣਦੀਆਂ ਕਿ ਮਾਮਲਾ ਕੁਛ ਹੋਰ ਤੋਂ ਹੋਰ ਹੀ ਬਣ ਜਾਂਦਾ। ਤਾਂ ਉਹਦੇ ਵਾਸਤੇ ਇਹ ਸੋਚਣਾ ਵਿਚਾਰਨਾ ਜਿਹੜਾ ਜ਼ਰੂਰੀ ਹੈ, ਅਹਿਮ ਆ। ਪਰ ਬਹਰਹਾਲ SC ST ਭਾਈਚਾਰੇ ਲਈ ਇੱਕ ਵੱਡੀ ਖਬਰ ਆ ਕਿ ਸੁਪਰੀਮ ਕੋਰਟ ਨੇ ਉਹਨਾਂ ਦੇ ਹੱਕ ਦੇ ਵਿੱਚ ਫਿਰ ਫੈਸਲਾ ਸੁਣਾ ਦਿੱਤਾ ਵਾ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੰਜਾਬੀ ਗਾਇਕ KS ਮੱਖਣ ਨੇ ਕੀਤਾ ਆ ਅੰਮ੍ਰਿਤ ਭੰਗ ਤੇ ਲਾਈਵ ਹੋ ਕੇ ਦੱਸਿਆ, ਕਹਿੰਦਾ ਉਹਨੇ ਕਾਰਨ। ਦੇਖੋ, ਇਹਨੇ ਅੱਜ ਬਹੁਤ ਹੀ, ਮੈਂ ਕਹੂੰਗਾ ਕਿ ਇੱਕ ਜ਼ਿੰਦਗੀ ਦੀ ਬੜੀ ਬੱਜਰ ਗਲਤੀ ਕੀਤੀ ਆ। ਧਰਮ ਹਰੇਕ ਦਾ ਨਿੱਜੀ ਮਾਮਲਾ ਹੋ ਸਕਦਾ, ਸਿਧਾਂਤਕ ਮਾਮਲਾ ਹੋ ਸਕਦਾ, ਪਰ ਏਦਾਂ ਲਾਈਵ ਹੋ ਕੇ ਇਸ ਤਰ੍ਹਾਂ ਦਾ ਕੰਮ ਕਰਨਾ, ਉਹ ਤੇ ਬਿਲਕੁਲ ਹੀ ਮੈਨੂੰ ਤੇ ਬੇਹੂਦਾ ਲੱਗਿਆ। ਮਾਫ ਕਰਨਾ, ਇਹ ਸ਼ਬਦ ਮੈਂ ਇਸਤੇਮਾਲ ਕਰ ਲਿਆ ਕਿ ਤੁਹਾਡਾ ਜਾਤੀ ਮਾਮਲਾ, ਤੁਹਾਨੂੰ ਕਿਸੇ ਨੇ ਸਿਰ ਤੇ ਤਲਵਾਰ ਰੱਖ ਕੇ ਨਹੀਂ ਕਿਹਾ ਕਿ ਅੰਮ੍ਰਿਤ ਛਕ। ਜੇ ਤੁਸੀਂ ਛੱਡਣਾ, ਉਹ ਵੀ ਤੁਹਾਡਾ ਪਿੰਡਾਂ ਦੇ ਵਿੱਚ ਬਥੇਰੇ ਕਰਦੇ ਹੀ ਹੈ ਇਸ ਤਰ੍ਹਾਂ ਕੰਮ। ਪਰ ਆਹ ਜਿਹੜਾ ਲਾਈਵ ਹੋ ਕੇ ਇਸ ਤਰ੍ਹਾਂ ਦਾ ਕੰਮ ਕੀਤਾ KS ਮੱਖਣ ਨੇ, ਇਹ ਕੋਈ ਸਿਆਣਪ ਵਾਲਾ ਕੰਮ ਨਹੀਂ ਕੀਤਾ KS ਮੱਖਣ ਨੇ। ਤਾਂ ਇਹਦੇ ਵਿੱਚ ਜਿਹੜਾ ਉਹਦਾ ਬਚਿਆ ਖੁਚਿਆ ਸੀਗਾ ਉਹ ਵੀ ਜਲੂਸ ਕੱਢ ਲਿਆ ਨੇ। ਜਿਸ ਤਰ੍ਹਾਂ ਕਿਕਾਰ ਤਿਆਗੇ ਆ ਨੇ, ਉਹ ਲਾਈਵ ਹੋ ਕੇ ਇੱਕ ਤਰ੍ਹਾਂ ਨਾਲ ਇੱਕ ਬੰਦਾ ਜਿੱਦਾਂ ਅਹਿਸਾਨ ਕਰ ਰਿਹਾ ਹੁੰਦਾ ਕਿਆ ਚੱਕੋ। ਪਰ ਮੇਰੇ ਖਿਆਲ ਦੇ ਨਾਲ ਇਸ ਚੀਜ਼ ਨੇ ਬਹੁਤ ਵੱਡਾ ਵਿਵਾਦ ਖੜਾ ਕਰਨਾ ਆਉਣ ਵਾਲੇ ਦਿਨਾਂ ਦੇ ਵਿੱਚ। ਤੇ ਜਿਹੜੀ ਗੱਲ ਉਹ ਕਹਿੰਦਾ KS ਮੱਖਣ ਇਹਦੇ ਪਿੱਛੇ ਕਿ ਹਾਂਜੀ ਮੇਰੇ ਨਾਲ ਕੋਈ ਖੜ ਨਹੀਂ ਸੀ ਰਿਹਾ, ਮੈਂ ਬਹੁਤ ਜ਼ਿਆਦਾ ਅਪਸੈਟ ਹੋਇਆ ਪਿਆ ਸੀਗਾ ਜ਼ਹਿਨੀ ਤੌਰ ਤੇ, ਜਿਹੜੇ ਲੋਕ ਮੈਨੂੰ ਭੇਖੀ ਕਹਿ ਰਹੇ ਸੀਗੇ, ਜਿਹੜੇ ਲੋਕ ਮੈਨੂੰ ਕੰਜਰ ਕਹਿ ਰਹੇ ਸੀਗੇ, ਉਹਨਾਂ ਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ ਆਇਆ, ਉਹਨਾਂ ਨੂੰ ਸਮਝਾਉਣ ਵਾਲਾ ਕੋਈ ਨਹੀਂ ਆਇਆ, ਮੇਰੇ ਨਾਲ ਖੜਨ ਵਾਲਾ ਕੋਈ ਨਹੀਂ ਆਇਆ। ਜਿਹੜੇ ਕੁਝ ਪੰਥ ਪ੍ਰਚਾਰਕ ਉਹਨਾਂ ਨੇ ਨਾਂ ਵੀ ਲਏ ਆ KS ਮੱਖਣ ਨੇ ਕਿ ਉਹਨਾਂ ਨੇ ਮੇਰੇ ਪ੍ਰਤੀ ਅਪਸ਼ਬਦ ਬੋਲੇ, ਪਰ ਕਿਸੇ ਨੇ ਮੁਹਰੇ ਆ ਕੇ, ਕਿਸੇ ਨੇ ਅੱਗੇ ਆ ਕੇ ਉਹਨਾਂ ਨੂੰ ਰੋਕਿਆ ਨਹੀਂ, ਸਵਾਲ ਨਹੀਂ ਕੀਤਾ। ਹੁਣ ਦੇਖੋ, ਇਹ ਗੱਲ ਤੇ ਹੈਗੀ ਆ, ਠੀਕ ਆ, ਬਿਲਕੁਲ ਮੈਂ ਗੱਲ ਕਹੂੰਗਾ ਕਿ KS ਮੱਖਣ ਦਾ ਇਹ ਤਰਕ ਤੇ ਠੀਕ ਆ ਕਿ ਜਿਸ ਤਰੀਕੇ ਦੀ ਇੱਕ ਭੀੜ ਆਪਣੇ ਇੱਧਰ ਸਿੱਖਾਂ ਚੋਂ, ਪੰਜਾਬੀਆਂ ਚੋਂ ਇਕੱਠੀ ਹੋ ਗਈ ਆ, ਉਹ ਤੇ ਉਸੇ ਚੀਜ਼ ਦਾ ਹੀ ਹਿੱਸਾ ਜਿਹਨੂੰ ਅੱਜ ਕੱਲ੍ਹ ਡਿਜੀਟਲ ਅੱਤਵਾਦ ਕਿਹਾ ਜਾਂਦਾ ਹੈ ਕਿ ਤੁਹਾਡੀ ਅਸਹਿਮਤੀ ਹੈ ਜਿਹੜੀ ਉਹ ਕਿਸੇ ਨਾਲ ਵੀ ਹੋ ਸਕਦੀ ਹੈ, ਪਰ ਤੁਹਾਡੀ ਅਸਹਿਮਤੀ ਦਾ ਮਿਆਰ ਇੰਨਾ ਗੰਦਾ, ਇੰਨਾ ਗਿਰ ਜਾਵੇ ਕਿ ਤੁਸੀਂ ਕਿਸੇ ਦੀ ਧੀ ਭੈਣ ਇੱਕ ਕਰਦੇ ਹੋ, ਕਿਸੇ ਨੂੰ ਅਪਸ਼ਬਦ ਕਹੋ, ਤਾਂ ਮੇਰੇ ਖਿਆਲ ਦੇ ਨਾਲ ਫਰਕ ਮਿਟ ਜਾਂਦੇ ਆ ਫਿਰ ਸਾਰੇ। ਚਾਹੇ ਉਹ ਕੱਟੜ ਸੰਘ ਦੇ ਹੋਣ, ਚਾਹੇ ਸਿਆਸੀ IT ਸੈੱਲ ਦੇ ਹੋਣ, ਚਾਹੇ ਤੁਸੀਂ ਆਮ ਲੋਕ ਜਿਹੜੇ ਕਿਸੇ ਨਾਲ ਅਸਹਿਮਤੀ ਰੱਖਦੇ ਹੋ, ਵਿਚਾਰ ਤੋਂ ਵਖਰੇਵਾਂ ਰੱਖਦੇ ਹੋ, ਤਾਂ ਸਾਰੇ ਫਰਕ ਮਿਟ ਜਾਂਦੇ ਆ। ਇਹ ਇੱਕ ਪੰਜਾਬੀਆਂ ਲਈ ਆਉਣ ਵਾਲੇ ਸਮੇਂ ਦੇ ਵਿੱਚ ਨਵੀਂ ਸਮੱਸਿਆ ਪੈਦਾ ਹੋਏਗੀ। ਬਹੁਤ ਸਾਰੇ ਲੋਕ ਡਰਦੇ ਆ, ਪਰ ਜੇ ਤੁਹਾਨੂੰ ਮੰਨ ਲਓ, ਜੇ ਹੁਣ ਦੇਖੋ ਮੈਂ ਜ਼ਾਤੀ ਤੌਰ ਤੇ ਕਹੂੰਗਾ, ਮੈਨੂੰ ਇਹਨਾਂ ਸ਼ਬਦਾਂ ਦਾ ਸਾਹਮਣਾ ਕਰਨਾ ਪੈਂਦਾ। ਸਵੇਰੇ ਤੜਕੇ ਮੂੰਹ ਧੋਂਦੇ ਮੈਂ ਇੱਕ ਇਹੋ ਜਿਹੇ ਸ਼ਬਦ ਦਾ ਸਾਹਮਣਾ ਕੀਤਾ, ਮੇਰਾ ਪਰਿਵਾਰ ਵੀ ਰੋਕਦਾ, ਬੜਾ ਦਬਾਅ ਪੈਂਦਾ ਕਿ ਛੱਡ ਖੜਾ, ਤੂੰ ਕੀ ਲੈਣਾ ਉੱਥੇ, ਫੇਸਬੁੱਕ ਤੇ ਟਿੰਡੇ ਮਿਲਦੇ ਉੱਥੇ, ਛੱਡ ਪਰਾਂ। ਜੇ ਮੈਨੂੰ ਕੋਈ ਮੰਨ ਲਓ ਸਮੱਸਿਆ, ਵਿਅਕਤੀਗਤ ਤੌਰ ਤੇ ਮੈਂ ਕਹਿੰਦਾ, ਨਿੱਜੀ ਤੌਰ ਤੇ ਮੈਨੂੰ ਕੋਈ ਸਮੱਸਿਆ ਆ ਰਹੀ ਹੈ ਕਿ ਬਹੁਤ ਹੀ ਜ਼ਿਆਦਾ ਮੈਨੂੰ ਕੀਤਾ ਜਾ ਰਿਹਾ, ਟਾਰਗੇਟ ਕੀਤਾ ਜਾ ਰਿਹਾ, ਤੇ ਮੈਂ ਸੋਸ਼ਲ ਮੀਡੀਆ ਛੱਡ ਦੇਵਾਂ? ਮੈਂ ਆਪਣਾ ਧਰਮ ਥੋੜ੍ਹੀ ਛੱਡੂੰਗਾ, ਮੈਂ ਆਪਣਾ ਭਾਈਚਾਰਾ ਥੋੜ੍ਹੀ ਛੱਡੂੰਗਾ, ਮੈਂ ਆਪਣਾ ਸਮਾਜ ਥੋੜ੍ਹੀ ਛੱਡੂੰਗਾ। ਸੋਸ਼ਲ ਮੀਡੀਆ ਬੰਦੇ ਦੀ ਜ਼ਿੰਦਗੀ 'ਚ ਜ਼ਰੂਰੀ ਥੋੜ੍ਹੀ ਆ। ਜੇ ਤੁਹਾਨੂੰ ਲੱਗਦਾ ਕਿ ਸੋਸ਼ਲ ਮੀਡੀਆ ਮੇਰੇ ਲਈ ਇੱਕ ਸਮੱਸਿਆ ਬਣ ਰਿਹਾ, ਤਾਂ ਉਸ ਸਮੱਸਿਆ ਤੋਂ ਨਿਜਾਤ ਤੁਹਾਡੇ ਹੱਥ ਦੇ ਵਿੱਚ ਹੀ ਆ ਨਾ, ਕਿ ਤੁਸੀਂ ਉਹਦੇ ਤੋਂ ਲਾਂਭੇ ਹੋ ਜਾਓ। ਹਾਂ, ਇਹ ਗੱਲ ਜ਼ਰੂਰ ਆ ਕਿ ਇੱਥੇ ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ, ਉੱਦਾਂ ਤੇ ਕੋਈ ਵੀ ਬੰਦਾ ਕਿਸੇ ਨੂੰ ਬੋਲਣ ਨਹੀਂ ਦੇਊਗਾ। ਕੋਈ ਵੀ ਬੰਦਾ ਜੇ ਅਸਹਿਮਤੀ ਰੱਖਦਾ ਤੇ ਉਹ ਗਾਲਾਂ ਕੱਢ ਕੇ ਦੂਜੇ ਬੰਦੇ ਨੂੰ ਦਬਾ ਲਊਗਾ। ਉਹ ਇੱਕ ਕਲਚਰ, ਗਲਤ ਕਲਚਰ ਹੈ, ਉਹਦੀ ਨਿੰਦਾ ਕਰਨੀ ਚਾਹੀਦੀ ਹੈ। ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਗਈ ਆ, ਚਾਹੇ ਉਹ ਗੁਰਦਾਸ ਮਾਨ ਦੇ ਮਾਮਲੇ 'ਚ, ਚਾਹੇ ਉਹ KS ਮੱਖਣ ਦੇ ਮਾਮਲੇ 'ਚ, ਚਾਹੇ ਉਹ ਕਿਸੇ ਦੇ ਵੀ ਮਾਮਲੇ 'ਚ, ਚਾਹੇ ਕਿਸੇ ਸਿੱਖ ਆਗੂ ਨੂੰ ਬੋਲੀ ਜਾਂਦੀ ਹੈ, ਚਾਹੇ ਕਿਸੇ ਹਿੰਦੂ ਆਗੂ ਨੂੰ ਬੋਲੀ ਜਾਂਦੀ ਹੈ, ਸਭ ਲਈ ਇੱਕੋ ਪੈਮਾਨਾ ਰੱਖਣਾ ਪਊਗਾ। ਪਰ ਜਿਹੜਾ ਉਹਨੇ ਕੰਮ ਕੀਤਾ, ਦੇਖੋ, ਉਹ ਸ਼ੋਭਾ ਨਹੀਂ ਹੈ, ਸ਼ੋਭਾ ਨਹੀਂ ਦਿੰਦਾ। ਔਰ ਇਹ ਹੁਣ ਚੱਲ ਪਿਆ, ਇੱਕ ਤੁਸੀਂ ਦੇਖਿਆ ਹੋਣਾ ਪ੍ਰੋਟੈਸਟ ਹੋਇਆ ਸੀ ਮੋਗੇ ਦੇ ਵਿੱਚ। ਮਾਫ ਕਰਨਾ, ਮੈਂ ਥੋੜੀ ਜਿਹੀ ਗੱਲ ਲੰਮੀ ਖੜਦਾ ਪਿਆ ਜੀ। ਮੋਗੇ ਦੇ ਵਿੱਚ ਪ੍ਰੋਟੈਸਟ ਹੋਇਆ ਸੀ, ਤਾਂ ਉਸ ਪ੍ਰੋਟੈਸਟਰ ਨੇ, ਜਿਹੜਾ ਕਿ ਸਰਪੰਚ ਵੀ ਸੀਗਾ, ਗੁਰਸਿੱਖ ਵੀ ਸੀਗਾ, ਆਪਦੀ ਦਾੜੀ ਮੁੰਨ ਲਈ ਸੀਗੀ। ਫਿਰ UP ਦੇ ਵਿੱਚ ਹੁਣ ਇੱਕ ਬੀਬੀ ਨੇ ਸਿਰ ਮੁੰਨ ਲਿਆ ਪ੍ਰੋਟੈਸਟ ਦੇ ਵਿੱਚ, ਸਿੱਖ ਬੀਬੀ ਸੀਗੀ। ਇੱਕ ਨੇ ਪਿੱਛੇ ਜੇ ਕੁੱਟਮਾਰ ਹੋਈ ਸੀਗੀ ਦਿੱਲੀ ਦੇ ਵਿੱਚ, ਤੇ ਆਖਿਆ ਸੀ ਕਿ ਜੇ ਸਾਨੂੰ ਇਨਸਾਫ ਨਾ ਮਿਲਿਆ ਅਸੀਂ ਸਿੱਖੀ ਛੱਡ ਦੇਵਾਂਗੇ। ਇਹਨੇ ਤੇ ਹੱਦ ਹੀ ਕਰ ਦਿੱਤੀ ਆ।
ਤਾਂ ਕਹਿਣ ਦਾ ਮਤਲਬ ਇਹ ਕਿ ਤੁਸੀਂ ਧਰਮ ਦਾ ਡਰਾਵਾ ਵਿੱਚ ਲਿਆਉਣ। ਬਹੁਤ ਵਾਰੀ ਹੋਇਆ PPC ਦੇ ਜਿਹੜੇ ਨਾਰਾਜ਼ ਹੁੰਦੇ ਆ ਉਹ ਵੀ ਕਹਿ ਦਿੰਦੇ ਕਿ ਅਸੀਂ ਧਰਮ ਛੱਡ ਦਿਆਂਗੇ, ਜਿਨ੍ਹਾਂ ਨੂੰ ਕੱਢਿਆ ਹੁੰਦਾ, ਨੌਕਰੀ ਤੋਂ ਫਾਰਿਗ ਕੀਤਾ ਹੁੰਦਾ। ਤਾਂ ਇਹ ਚੀਜ਼ ਤੇ ਇਹ ਜਿਹੜੇ ਸਿੱਖ ਚਿੰਤਕ ਆ ਜਾਂ ਸਿੱਖ ਰਹਿਬਰ ਆ ਉਹਨਾਂ ਨੂੰ ਵੇਖਣਾ ਪਊਗਾ, ਸਿੱਖ ਆਗੂਆਂ ਨੂੰ ਜਿਹੜੇ ਕੌਮ ਨੂੰ ਅਗਵਾਈ ਦਿੰਦੇ ਆ। ਪਰ KS ਮੱਖਣ ਨੂੰ ਜੇ ਕੋਈ ਸਿੱਖੀ ਤੋਂ ਪ੍ਰੋਬਲਮ ਸੀ, ਸਿੱਖ ਪ੍ਰਚਾਰਕਾਂ ਤੋਂ ਪ੍ਰੋਬਲਮ ਸੀ, ਤਾਂ ਮੇਰੇ ਖਿਆਲ ਦੇ ਨਾਲ ਉਹਨੂੰ ਅਕਾਲ ਤਖਤ ਤੇ ਇੱਕ ਵਾਰੀ ਦਰਖਾਸਤ ਜ਼ਰੂਰ ਕਰਨੀ ਚਾਹੀਦੀ ਸੀ ਕਿ ਮੇਰੀ ਇਸ ਮਾਮਲੇ ਦੇ ਵਿੱਚ ਹੈਲਪ ਕੀਤੀ ਜਾਵੇ, ਜਾਂ ਕੋਈ ਹੋਣਾ ਚਾਹੀਦਾ ਸੀ ਕਿ ਮੈਂ ਤੁਹਾਡੀ ਕੌਮ ਦਾ ਹਿੱਸਾ ਵਾ ਤਾਂ ਮੈਨੂੰ ਇਸ ਤਰ੍ਹਾਂ ਦੀ ਇੱਕ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ। ਤਾਂ ਉਹ ਮਾਮਲਾ ਜਿਹੜਾ ਕੁਝ ਹੋਰ, ਖੈਰ ਇਹ ਹੁਣ ਵਿਵਾਦ ਆ ਜਿਹੜਾ ਉਹ ਅੱਗੇ ਵਧੂਗਾ। ਪਰ ਮੈਂ ਵਾਰ-ਵਾਰ ਕਹੂੰਗਾ ਕਿ ਜਿਸ ਤਰ੍ਹਾਂ ਦਾ ਟੋਲਾ ਆਪਣੇ ਵਿੱਚੋਂ ਵੀ ਇਕੱਠਾ ਹੋ ਰਿਹਾ ਹੈ ਨਾ, ਇਹ ਕੋਈ ਚੰਗੇ ਸੰਕੇਤ ਨਹੀਂ ਹੈਗੇ। ਸੋਸ਼ਲ ਮੀਡੀਆ ਤੇ ਹਾਲੇ ਬਹੁਤ ਸਾਰੇ ਲੋਕ ਆ ਜਿਹੜੇ ਉਹ ਇੰਤਜ਼ਾਰ ਕਰਦੇ ਪਏ ਕਿ ਅੱਜ ਬਦਲਾਅ ਆ ਜਾਏਗਾ, ਕੱਲ ਬਦਲਾਅ ਆ ਜਾਊਗਾ। ਮੇਰੇ ਖਿਆਲ ਦੇ ਨਾਲ ਬਹੁਤ ਸਾਰੇ ਲੋਕ ਆਉਣ ਵਾਲੇ ਸਮੇਂ 'ਚ ਉੱਦਾਂ ਹੀ ਗਾਇਬ ਹੋ ਜਾਣਗੇ ਸੋਸ਼ਲ ਮੀਡੀਆ ਤੋਂ, ਜਿੱਦਾਂ ਆਪਾਂ ਹਿੰਦੀ ਮੀਡੀਆ ਦੇ ਬਹੁਤ ਵੱਡੇ ਚਿਹਰੇ ਗਾਇਬ ਹੁੰਦੇ ਵੇਖੇ ਆ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਧਾਰਾ 370 ਸੁਪਰੀਮ ਕੋਰਟ ਦੇ ਵਿੱਚ 14 ਨਵੰਬਰ ਨੂੰ ਹੋਵੇਗੀ ਹੁਣ ਕਸ਼ਮੀਰ ਮਾਮਲਿਆਂ ਦੇ ਵਿੱਚ ਅਗਲੀ ਸੁਣਵਾਈ। ਹਾਂ ਬਿਲਕੁਲ ਜੀ, ਇਹ ਅਗਲੀ ਸੁਣਵਾਈ ਹੈ ਜਿਹੜੀ ਉਹ 14 ਨਵੰਬਰ ਨੂੰ ਹੋਣ ਜਾ ਰਹੀ ਆ। ਤੇ ਇਹ 370 ਨੂੰ ਰੱਦ ਕਰਨ ਨੂੰ ਜਿਹੜੀ ਚੁਣੌਤੀ ਦਿੱਤੀ ਗਈ ਸੀ, ਉਹਦੀਆਂ ਕਈ ਪਟੀਸ਼ਨਾਂ ਜਿਹੜੀਆਂ ਕਲੱਬ ਹੋ ਜਾਂਦੀਆਂ। ਤਾਂ 4 ਹਫ਼ਤਿਆਂ ਦਾ ਸਮਾਂ ਮੰਗਿਆ ਕੇਂਦਰ ਸਰਕਾਰ ਨੇ, ਆਖਿਆ ਕਿ ਅਸੀਂ 4 ਹਫ਼ਤਿਆਂ ਦੇ ਵਿੱਚ ਸਮਾਂ ਦੇਵਾਂਗੇ। ਤਾਂ ਬਹਰਹਾਲ ਇਹਨਾਂ ਨੇ ਸੁਣਵਾਈ ਦੀ ਜਿਹੜੀ ਅਗਲੀ ਤਰੀਕ ਵਾ ਉਹ ਪਾ ਦਿੱਤੀ ਹੈ 14 ਨਵੰਬਰ। ਤਾਂ ਹੁਣ ਦੇਖੋ ਸਮਾਂ ਬੀਤਦਾ ਜਾਂਦਾ, ਇਹ ਇੱਕ ਨਾ ਬਹੁਤ ਕਾਨੂੰਨੀ ਸਾਡਾ ਢਾਂਚਾ ਜਿਹੜਾ ਉਹ ਬਹੁਤ ਕਾਨੂੰਨੀ ਕਮਜ਼ੋਰ ਆ, ਕਿਉਂਕਿ ਕੋਈ ਵੀ ਧਿਰ ਹੁੰਦੀ ਆ ਉਹਦਾ ਜਵਾਬ ਆਉਣਾ ਜ਼ਰੂਰੀ ਹੁੰਦਾ। ਪਰ ਜਦੋਂ ਜਵਾਬ ਆਉਂਦਾ ਤਾਂ ਉਹ ਇੱਕ ਹਥਿਆਰ ਬਣ ਜਾਂਦਾ ਕਿ ਸਾਨੂੰ ਇੰਨਾ ਸਮਾਂ ਦੇ ਦਿਓ ਜੀ, ਜਵਾਬ ਤਿਆਰ ਨਹੀਂ ਹੋਇਆ, ਫਿਰ 4 ਹਫ਼ਤੇ ਦਾ ਸਮਾਂ ਤਿਆਰ ਦੇ ਦਿਓ। ਤਾਂ ਮੇਰਾ ਕਹਿਣ ਦਾ ਮਤਲਬ ਇਹ ਆ ਕਿ 4-4 ਹਫ਼ਤਿਆਂ ਦਾ ਸਮਾਂ ਜੇ ਤੁਸੀਂ ਦੇਈ ਜਾਓਗੇ, ਇੱਕ ਪਾਸੇ ਰਾਮ ਮੰਦਿਰ ਵਾਲੇ ਮੁੱਦੇ ਦੀ ਸੁਣਵਾਈ ਡੇਲੀ ਬੇਸ ਤੇ ਹੋ ਰਹੀ ਆ, ਰੋਜ਼ਮਰਾ ਸੁਣਵਾਈ ਹੋ ਰਹੀ ਆ, ਉਹਦੇ ਵਿੱਚ ਜਿਹੜੇ ਹੈਗੇ ਨੇ ਜੱਜ ਸਾਹਿਬਾਨ ਉਹ ਵੀ ਔਖੇ ਹੋਏ ਪਏ ਨੇ ਕਿ ਇੰਨੀ ਤਰੀਕ ਤੱਕ ਅਸੀਂ ਇਹ ਫੈਸਲਾ ਸੁਣਾਉਣਾ ਹੈ ਤੇ ਕਿਸੇ ਵੀ ਹੱਦ ਤੱਕ ਜਾ ਕੇ ਸੁਣਾਉਣਾ, ਭਾਵੇਂ ਚਮਤਕਾਰੀ ਕਰਨਾ ਪਵੇ। ਤੇ ਦੂਸਰੇ ਪਾਸੇ ਦੇਖੋ ਲੱਖਾਂ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਆ, ਲੱਖਾਂ ਲੋਕਾਂ ਦੀ ਆਜ਼ਾਦੀ ਦਾ ਸਵਾਲ ਆ, ਫੰਡਾਮੈਂਟਲ ਰਾਈਟਸ ਦਾ ਸਵਾਲ ਆ। ਤਾਂ ਉਹਦੇ ਵਿੱਚ ਵੀ ਇੰਨੀ ਦੇਰੀ, ਹਾਲਾਂਕਿ ਜਿਹੜਾ ਰਾਮ ਮੰਦਿਰ ਦਾ ਮੁੱਦਾ ਮੈਂ ਉਹਨੂੰ ਨਜ਼ੀਰ ਦੇ ਤੌਰ ਤੇ ਲੈ ਰਿਹਾ, ਮੈਂ ਉਹਨਾਂ ਨੂੰ ਕੋਟ ਕਰ ਰਿਹਾ ਉਹ ਮੁੱਦਿਆਂ ਨੂੰ, ਮੈਂ ਕੋਈ ਇਹ ਨਹੀਂ ਕਹਿ ਰਿਹਾ ਕਿ ਉਹ ਮੁੱਦੇ ਸੁਣਵਾਈ 'ਚ ਨਹੀਂ ਲੱਗਣੇ ਚਾਹੀਦੇ। ਮੇਰੇ ਕਹਿਣ ਦਾ ਮਤਲਬ ਹੈ ਕਿ ਇਨਸਾਨੀ ਗਰਾਊਂਡ ਤੇ ਵੀ ਤਾਂ ਤੁਹਾਨੂੰ ਵੇਖਣਾ ਪਊਗਾ ਨਾ, ਹਿਊਮੈਨਿਟੇਰੀਅਨ ਗਰਾਊਂਡ ਤੇ ਵੀ ਤਾਂ ਤੁਹਾਨੂੰ ਵੇਖਣਾ ਪਊਗਾ ਕਿ ਉੱਥੋਂ ਦੀ ਸਮੱਸਿਆ ਜਿਹੜੀ ਉਹ ਘੱਟ ਵਿਕਰਾਲ ਨਹੀਂ ਹੈ, ਘੱਟ ਭਿਆਨਕ ਨਹੀਂ ਹੈ। ਤਾਂ ਉੱਥੋਂ ਦੇ ਲੋਕ ਕਿੱਦਾਂ ਗੁਜ਼ਰ ਬਸਰ ਕਰ ਰਹੇ ਨੇ, ਉੱਥੋਂ ਦੀ ਜ਼ਿੰਦਗੀ ਦਾ ਤਕਾਜ਼ਾ ਕੀ ਆ, ਉੱਥੋਂ ਦੀ ਮਾਹੌਲ ਕੀ ਆਬਾਦੀ ਦਾ, ਇਹ ਜ਼ਰੂਰ ਸੋਚਣਾ ਚਾਹੀਦਾ। ਸੁਪਰੀਮ ਕੋਰਟ ਤੋਂ ਬਹੁਤ ਉਮੀਦ ਹੁੰਦੀ ਆ ਦੇਸ਼ ਨੂੰ ਕਿ ਜਦੋਂ ਸੁਪਰੀਮ ਕੋਰਟ 'ਚ ਮਾਮਲਾ ਚਲੇ ਜਾਂਦਾ ਇੱਕ ਆਸ ਵੱਧ ਜਾਂਦੀ ਆ ਕਿ ਹੁਣ ਇਹ ਮਾਮਲਾ ਕਿਸੇ ਤਣ ਪੱਤਣ ਲੱਗੂਗਾ, ਤੇ ਜੇ ਉੱਥੇ ਵੀ ਬਹੁਤ ਸਾਰਾ ਸਮਾਂ ਵਿਆਇਆ ਜਾਊਗਾ ਤਾਂ ਉਹ ਠੀਕ ਸੰਕੇਤ ਨਹੀਂ ਜਾਣਾ। ਜੀ ਜੀ ਜੀ। ਮਿੰਟੂ ਜੀ ਅਗਲੀ ਆਪਾਂ ਗੱਲ ਕਰਦੇ, ਕਹਿੰਦੇ BJP ਹਾਈ ਕਮਾਨ ਤੋਂ ਵੀ ਅਕਾਲੀ ਦਲ ਨੂੰ ਕੋਰੀ ਨਾ, ਅਕਾਲੀ ਦਲ ਨੇ ਕੀਤਾ ਹੁਣ ਜਵਾਬੀ ਹਮਲਾ। ਹਾਂਜੀ, ਜਵਾਬੀ ਹਮਲਾ ਇਹਨਾਂ ਨੇ ਕਰ ਦਿੱਤਾ, ਕੀਤਾ ਵੀ ਬੜੇ ਧੱਕੜ ਅੰਦਾਜ਼ ਦੇ ਵਿੱਚ ਆ, ਜਿਹਦੇ ਲਈ ਜਾਣੇ ਜਾਂਦੇ ਆ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕਿਉਂਕਿ ਉਹਨਾਂ ਦੀ ਜਿਹੜੀ ਪੋਲਿਟਿਕਸ ਹੈ ਥੋੜੀ ਜਿਹੀ ਨਵੇਕਲੇ ਢੰਗ ਦੀ ਆ ਤੇ ਠਾਹ ਸੋਟਾ ਹੀ ਮਾਰਦੇ ਆ। ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਕਿ ਜੇ ਕੋਈ ਇੱਕ ਕਰੇ ਵਾਰ ਤੇ ਉਹਦੇ ਤੇ ਕਰੋ 1000 ਵਾਰ। ਤਾਂ ਹੁਣ ਇਹਨਾਂ ਨੇ ਕੀ ਕੀਤਾ ਵਾ, ਉਹ ਬੰਦਾ ਪੱਟ ਲਿਆਂਦਾ ਜਿਹੜਾ ਕਿ ਪਿਛਲੀ ਦਫਾ ਕਾਲਾਂ ਵਾਲੀ ਤੋਂ, ਜਿਹਨੂੰ ਕਾਲਿਆਂ ਵਾਲੀ ਕਹਿ ਦਿੰਦੇ ਆਪਾਂ, ਤਾਂ ਕਾਲਿਆਂ ਵਾਲੀ ਤੋਂ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਸੀਗਾ ਰਜਿੰਦਰ ਸਿੰਘ ਦੇਸੂਯੋਧਾ, ਵੈਸੇ ਕਈ ਉਹ ਮੀਡੀਆ ਹਾਊਸ ਲਿਖੀ ਜਾਂਦੇ ਆ ਤੈਂਸੂ ਨਹੀਂ ਹੈ, ਉਸ ਪਿੰਡ ਦਾ ਨਾਂ ਦੇਸੂਯੋਧਾ, ਜਿੱਥੋਂ ਦਾ ਮੱਟੂ ਬਹੁਤ ਤਗੜਾ ਕਬੱਡੀ ਖਿਡਾਰੀ ਹੋਇਆ। ਤਾਂ ਦੇਸੂਯੋਧਾ ਪਿੰਡ ਆ ਇੱਕ, ਤਾਂ ਦੇਸੂਯੋਧਾ ਪਿੰਡ ਆ ਉਹਨਾਂ ਦਾ, ਰਜਿੰਦਰ ਸਿੰਘ ਹੋਰਾਂ ਦਾ, ਜਿਨ੍ਹਾਂ ਨੇ ਪਿਛਲੀ ਦਫਾ ਭਾਰਤੀ ਜਨਤਾ ਪਾਰਟੀ ਤੋਂ ਚੋਣ ਲੜੀ ਹੈ ਤੇ ਇਹਨਾਂ ਨੇ ਉਹਦੇ ਗਲ 'ਚ ਸਰੋਪਾ ਪਾ ਕੇ ਤੇ ਉਹਨੂੰ ਆਪਣਾ ਕੈਂਡੀਡੇਟ ਕਾਲਿਆਂ ਵਾਲੀ ਤੋਂ ਉਤਾਰ ਦਿੱਤਾ। ਮਤਲਬ ਕਿ ਅਕਾਲੀ ਦਲ ਸਿੱਧੇ ਤੌਰ ਤੇ ਹੁਣ ਟੱਕਰ ਦੇ ਵਿੱਚ ਆ ਗਿਆ ਭਾਰਤੀ ਜਨਤਾ ਪਾਰਟੀ ਦੇ ਬਰੋਬਰ। ਤੇ ਉਧਰ ਦੂਜੇ ਪਾਸੇ ਕਹਿੰਦੇ ਕਿ ਹਾਈ ਕਮਾਨ ਤੋਂ ਵੀ ਨਾ ਹੋ ਗਈ ਆ, ਇਹਨਾਂ ਦੀਆਂ ਬੈਠਕਾਂ ਜ਼ਰੂਰ ਹੋਈਆਂ। ਬਲਵਿੰਦਰ ਸਿੰਘ ਭੁੰਦੜ ਨੇ ਅੱਜ ਖੁਦ ਇਸ ਗੱਲ ਨੂੰ ਸਤਿਕਾਰ ਕੀਤਾ, ਪ੍ਰਵਾਨ ਕੀਤਾ। ਤੇ ਨਾਲੇ ਪੰਜਾਬ ਦੇ ਵਿੱਚ ਰਿਸ਼ਤੇ ਬਾਰੇ ਵੀ ਉਹਨਾਂ ਨੇ ਇੱਕ ਸੰਕੇਤ ਦੇ ਦਿੱਤਾ, ਕਹਿੰਦੇ ਕਿ ਹੁਣ ਇਹ ਸਮਾਂ ਹੀ ਤੈਅ ਕਰੂਗਾ। ਮਤਲਬ ਕਿ ਸੁੱਟ ਸਮੇਂ ਤੇ ਸੁੱਟ ਦਿੱਤੀ ਗਈ ਹੈ ਕਿ ਸਮਾਂ ਤੈਅ ਕਰੂਗਾ। ਤਾਂ ਸਮਾਂ ਬਹੁਤ ਕੁਝ ਤੈਅ ਕਰੂਗਾ ਆਉਣ ਵਾਲੇ ਸਮੇਂ ਦੇ ਵਿੱਚ, ਜਿੱਦਾਂ ਭਾਜਪਾ ਚੱਲਦੀ ਪਈ ਆ। ਕਿਉਂਕਿ ਭਾਜਪਾ ਦੇ ਇੱਕ ਬਜ਼ੁਰਗ ਨੇਤਾ ਜਿਹੜੇ ਕਿ
ਕਦੇ ਅਕਾਲੀ ਦਲ ਬਾਦਲ ਦੇ ਜਿਹੜੇ ਸਰਪ੍ਰਸਤ ਆ ਪ੍ਰਕਾਸ਼ ਸਿੰਘ ਬਾਦਲ, ਇਹਨਾਂ ਦੇ ਬਹੁਤ ਨਜ਼ਦੀਕੀ ਸੀ, ਮਦਨ ਮੋਹਨ ਮਿੱਤਲ, ਉਹਨਾਂ ਨੇ ਵੀ ਇੱਕ ਬਿਆਨ ਦਿੱਤਾ। ਉਹ ਬਿਆਨ ਵੀ ਗੌਰ ਮੰਗਦਾ। ਉਹ ਕਹਿੰਦੇ ਆ ਕਿ ਕਦੇ ਅਕਾਲੀ ਦਲ ਵੱਡਾ ਭਰਾ ਹੁੰਦਾ ਸੀ, ਪਰ ਅੱਜ ਦੀ ਤਰੀਕ ਦੇ ਵਿੱਚ ਅਸੀਂ ਵੱਡੇ ਭਰਾ ਆ। ਹੁਣ ਵੱਡਾ ਕੋਈ ਛੋਟਾ ਕਿਵੇਂ ਹੋ ਜਾਂਦਾ, ਇਹ ਤੁਸੀਂ ਸਮਝ ਹੀ ਸਕਦੇ ਹੋ। ਵੱਡਾ ਤਾਂ ਵੱਡਾ ਹੀ ਰਹਿੰਦਾ ਹੈ ਨਾ, ਆਪਾਂ ਆਮ ਜੇ ਸਮਾਜੀ ਤੌਰ ਤੇ ਵੇਖੀਏ, ਦੁਨਿਆਵੀ ਤੌਰ ਤੇ। ਪਰ ਇੱਥੇ ਸਿਆਸਤ ਦੇ ਵਿੱਚ ਕੱਦ ਬਦਲਦੇ ਰਹਿੰਦੇ ਆ। ਇੱਥੇ ਤੇ ਕੱਦ ਏਦਾਂ ਵੀ ਵਧਾ ਲਏ ਜਾਂਦੇ ਆ ਕਿ ਬਗਾਨੇ ਪੈਰ ਜਿਹੜੇ ਵੱਢ ਕੇ ਉਹ ਵੀ ਥੱਲੇ ਲਾ ਲਏ ਜਾਂਦੇ ਆ। ਤਾਂ ਉਹ ਕਹਿੰਦੇ ਆ ਕਿ ਅੱਜ ਦੀ ਤਰੀਕ ਦੇ ਵਿੱਚ ਭਾਈ ਅਸੀਂ ਵੱਡੇ ਭਰਾ ਇੱਥੇ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਮਹਾਰਾਸ਼ਟਰ ਚੋਣਾਂ ਦੇ ਵਿੱਚ ਪਹਿਲਾਂ ਤੋਂ ਪਹਿਲਾਂ ਹੀ ਕਹਿੰਦੇ ਫੜਨਵੀਸ ਨੂੰ ਜਿਹੜਾ ਝਟਕਾ ਹੈ, ਹਲਫਨਾਮੇ 'ਚ ਗਲਤ ਜਾਣਕਾਰੀ ਦੇਣ ਦੇ ਉੱਤੇ ਚੱਲੇਗਾ ਕੇਸ। ਮੇਰੇ ਖਿਆਲ ਦੇ ਨਾਲ ਇੰਨਾ ਫਾਸਟ ਕੋਈ ਵੀ ਮੁਲਕ ਨਹੀਂ ਹੋਣਾ, ਇੰਨਾ ਫਾਸਟ ਉਹਦਾ ਕਿਸੇ ਦਾ ਵੀ ਢਾਂਚਾ ਨਹੀਂ ਹੋਣਾ ਕਿ ਇਲੈਕਸ਼ਨ ਹੋਣ ਜਾ ਰਿਹਾ ਵਾ ਤੇ ਜਿਹੜਾ ਸੰਭਾਵੀ ਉਮੀਦਵਾਰ ਜਿਤਾਇਆ ਜਾ ਰਿਹਾ ਕਿ ਇਹ ਮੁੱਖ ਮੰਤਰੀ ਫੇਰ ਦੁਬਾਰਾ ਬਣੂਗਾ, ਉਹਦੇ ਤੇ ਪਹਿਲਾਂ ਹੀ ਕੇਸ ਚੱਲ ਪੈਣਾ। ਕਿਤੇ ਹੋ ਸਕਦਾ ਏਦਾਂ ਚੋਣਾਂ ਦੇ ਵਿੱਚ, ਪਰ ਇਹ ਮਾਮਲਾ ਜਿਹੜਾ ਥੋੜਾ ਉਲਟ ਆ। ਹੁਣ ਦੇਖੋ ਕਰਾਮਾਤ ਸਾਡੇ ਸਿਸਟਮ ਦੀ ਕਿ ਦਵਿੰਦਰ ਫੜਨਵੀਸ ਨੂੰ ਜਿਹੜਾ ਝਟਕਾ ਲੱਗਾ ਵਾ ਹਲਫਨਾਮੇ 'ਚ ਗਲਤ ਜਾਣਕਾਰੀ ਦੇਣ ਦਾ, ਜਿਹੜਾ ਉਹਦੇ ਤੇ ਮੁਕੱਦਮਾ ਚੱਲਣਾ, ਇਹ 2014 ਵਾਲੀ ਟਰਮ ਦਾ ਹੈ। ਇਹ 2014 ਵਾਲੀ ਟਰਮ ਦਾ ਹੈ, ਮਤਲਬ ਕਿ ਉਹ ਟਰਮ ਪੂਰੀ ਹੋ ਗਈ ਆ ਤੇ ਹੁਣ ਫੈਸਲਾ ਆਇਆ ਕਿ ਇਹਦੇ ਖਿਲਾਫ ਮੁਕੱਦਮਾ ਚੱਲਣਾ ਚਾਹੀਦਾ। ਉਹ ਬੰਦਾ ਹਾਰ ਜਾਂਦਾ ਹੈ ਜਾਂ ਉਹ ਬੰਦਾ ਕਿਸੇ ਵੀ ਤਰੀਕੇ ਨਾਲ ਚੋਣ ਤੋਂ ਬਾਹਰ ਹੋ ਜਾਂਦਾ, ਤਾਂ ਇਹ ਸਾਰੀ ਟਰਮ ਜਿਹੜੀ ਆ ਉਹ ਲੰਘ ਗਈ, ਉਹਨੇ ਲੰਘਾ ਲਈ ਆ। ਤਾਂ ਕਹਿਣਾ ਮਤਲਬ ਇਹ ਆ ਕਿ ਇੱਕ ਵਾਰੀ ਮੁੱਢਲੇ ਤੌਰ ਤੇ ਇਸ ਗੱਲ ਦੀ ਜਿਹੜੀ ਤਸਦੀਕ ਹੋਈ ਆ ਕਿ ਉਹਦੇ ਤੇ ਮਾਮਲਾ ਬਣਦਾ, ਤਾਂ ਉਹ ਫਿਰ ਕਿੱਧਰ ਜਾਊਗੀ। ਵੈਸੇ ਇਹ ਜਿਹੜੇ ਸਿਆਸਤਦਾਨ ਨੇ ਇਸ ਤਰ੍ਹਾਂ ਦੇ ਕੇਸਾਂ ਦਾ ਸਾਹਮਣਾ ਕਰਦੇ ਰਹਿੰਦੇ ਆ ਤੇ ਇਹਨਾਂ ਦੇ ਵਿੱਚ ਇੱਕ ਦਿਲਚਸਪ ਤੱਥ ਹੈ ਮਾਮਲਿਆਂ 'ਚ ਜਿਹੜਾ ਉਹ ਇਹ ਆ ਕਿ ਇਹਨਾਂ ਨੂੰ ਮਾਮੂਲੀ ਸਜ਼ਾ ਹੈ ਇਸ ਮਾਮਲੇ 'ਚ। ਜੇ ਤੁਸੀਂ ਜਾਂ ਮੈਂ ਇੰਡੀਆ ਦੇ ਵਿੱਚ ਕੋਈ ਗਲਤ ਹਲਫਨਾਮਾ ਦਿੰਦੇ ਆ ਨਾਲ ਧੱਕੇ ਰਾਤ ਨਹੀਂ ਆਉਣਾ, ਪਰ ਇਹਨਾਂ ਲਈ ਬਹੁਤ ਮਾਮੂਲੀ ਸਜ਼ਾ, ਮੇਰੇ ਖਿਆਲ ਦੇ ਨਾਲ 1 ਮਹੀਨੇ ਦੀ ਸਜ਼ਾ, ਔਰ ਉਹ ਵੀ ਸਜ਼ਾ ਨਹੀਂ ਹੁੰਦੀ, ਕਈ ਵਾਰ ਜੁਰਮਾਨੇ 'ਚ ਹੀ ਚੱਲ ਜਾਂਦਾ। ਤਾਂ ਜਿੱਦਾਂ ਮਰਜ਼ੀ ਵੱਡਾ ਝੂਠ ਮਾਰ ਲੈਣ, ਦਵਿੰਦਰ ਫੜਨਵੀਸ ਤੇ ਦੋਸ਼ ਇਹ ਆ ਕਿ ਇਹਨੇ ਆਪਣੀਆਂ ਕੁਝ ਜਾਣਕਾਰੀਆਂ ਜਿਹੜੀਆਂ ਛੁਪਾਈਆਂ ਸੀ ਜੋ ਕਿ ਅਪਰਾਧਿਕ ਮਾਮਲਿਆਂ ਦੇ ਨਾਲ ਜੁੜੀਆਂ ਸੀ, ਕ੍ਰਿਮੀਨਲ ਕੇਸਾਂ ਨਾਲ ਜੁੜੀਆਂ ਸੀ, ਉਹ ਜਾਣਕਾਰੀਆਂ ਲੁਕੋਈਆਂ ਸੀ। ਪਰ ਸਦਕੇ ਜਾਈਏ, ਵਾਰੇ ਜਾਈਏ ਇਹੋ ਜਿਹੇ ਸਿਸਟਮ ਦੇ ਕਿ 5 ਸਾਲ ਬੰਦਾ ਝੂਠ ਬੋਲ ਕੇ ਗਲਤ ਹਲਫਨਾਮਾ ਦੇ ਕੇ ਆਪਣੀ ਟਰਮ ਪੂਰੀ ਕਰ ਜਾਂਦਾ, ਔਰ ਸਾਡਾ ਸਿਸਟਮ ਕਹਿੰਦਾ ਕਿ ਕੋਈ ਗੱਲ ਨਹੀਂ, ਅਸੀਂ ਸਲੋ ਚੱਲਦੇ ਹਾਂ, ਤੂੰ ਆਪਣੀ ਟਰਮ ਪੂਰੀ ਕਰ, ਤੇਰੇ ਨਾਲ ਬਾਅਦ 'ਚ ਨਜਿੱਠ ਲਵਾਂਗੇ। ਜੀ ਜੀ ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਅੰਮ੍ਰਿਤਸਰ ਨੇੜੇ ਨਸ਼ਾ ਤਸਕਰਾਂ ਤੇ STF ਦੇ ਵਿੱਚ ਮੁਕਾਬਲਾ, ਪੁਲਿਸ ਮੁਲਾਜ਼ਮ ਦੀ ਮੌਤ, ਤਸਕਰ ਫਰਾਰ। ਹਾਂਜੀ ਬਿਲਕੁਲ, ਜਿਹੜਾ ਜੰਡਿਆਲੇ ਦੇ ਵਿੱਚ ਹੋਇਆ ਇੱਕ ਤਰ੍ਹਾਂ ਨਾਲ ਪੁਲਿਸ ਮੁਕਾਬਲਾ, ਇਹਦੇ ਵਿੱਚ ਜਾਨ ਚਲੇ ਗਈ ਆ। ਪਰ ਕੁਝ ਚੀਜ਼ਾਂ ਜਿਹੜੀਆਂ ਨੇ ਨਾ ਉਹ ਗੌਰ ਨਾਲ ਹੁਣ ਵੇਖਣੀਆਂ ਚਾਹੀਦੀਆਂ, ਸੋਚਣੀਆਂ ਚਾਹੀਦੀਆਂ। ਪਹਿਲੀ ਗੱਲ ਤੇ ਇਹ ਆ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਤਸਕਰ ਇਸ ਤਰ੍ਹਾਂ ਜਵਾਬੀ ਹਮਲਾ ਕਰਦੇ ਆ, ਪੁਲਿਸ ਉਹਨਾਂ ਦੀ ਰੇਡ ਕਰਦੀ ਆ ਤਾਂ ਇੱਕ ਜਵਾਬੀ ਹਮਲਾ ਹੁੰਦਾ। ਤਾਂ ਇਹ ਇੱਕ ਬਹੁਤ ਨਵੀਂ ਤਰ੍ਹਾਂ ਦੀ ਚੇਂਜ ਆ ਕਿ ਜਿੱਦਾਂ ਆਪਾਂ ਬਾਹਰਲੇ ਮੁਲਕਾਂ 'ਚ ਵੇਖਦੇ ਆ, ਖਾਸ ਤੌਰ ਤੇ ਮੈਕਸੀਕਨ ਜਿੱਦਾਂ ਕਰਦੇ ਆ, ਨਸ਼ਾ ਵੀ ਵੇਚਦੇ ਆ, ਨਾਲ ਉਹ ਆਪਣੇ ਟੋਲੇ ਬਣਾ ਕੇ ਜੁਰਮ ਵੀ ਕਰਦੇ ਆ। ਤਾਂ ਇਹ ਮਾਮਲਾ ਜਿਹੜਾ ਕੁਝ ਐਸਾ ਹੀ ਬਣਦਾ ਜਾ ਰਿਹਾ ਕਿ ਅੱਜ ਦੀ ਤਰੀਕ ਦੇ ਵਿੱਚ ਗੈਂਗਸਟਰ ਤੇ ਤਸਕਰ ਕੋਈ ਇੱਕੋ ਜਿਹਾ ਹੀ ਰੂਪ ਧਾਰਨ ਕਰ ਰਹੇ ਨੇ। ਮਤਲਬ ਕਿ ਤਸਕਰ ਟੋਲੇ ਬਣਾ ਕੇ ਉਹ ਗੈਂਗਿਜ਼ਮ ਵਾਲਾ ਵੀ ਕੰਮ ਕਰੀ ਜਾਂਦੇ ਆ, ਤੇ ਜੇ ਕੋਈ ਉਹਨਾਂ ਦੇ ਨੇੜੇ ਆਉਂਦਾ ਜਾਂ ਉਹਨਾਂ ਦੀ ਕੋਈ ਮੁਖਬਰੀ ਕਰਦਾ, ਉਹ ਫਾਹ ਮਾਰਦੇ ਆ। ਪੁਲਿਸ ਦਾ ਕੀ ਹਾਲ ਕੀਤਾ ਸੀ ਅੰਮ੍ਰਿਤਸਰ 'ਚ, ਆਪਾਂ 2 ਹਫ਼ਤੇ ਪਹਿਲਾਂ ਵੀ ਵੇਖਿਆ ਸੀ ਗੱਲ। ਤਾਂ ਇਹ ਮਾਮਲਾ ਜਿਹੜਾ ਪੁਲਿਸ ਲਈ ਨਵਾਂ, ਤੇ ਇਹ ਜੰਡਿਆਲੇ ਦੇ ਲਾਗੇ ਕੋਈ ਪਿੰਡ ਸੀ ਜਾਨੀਆ ਜਿੱਥੇ ਇਹ ਮੁਕਾਬਲਾ ਹੋਇਆ। ਦੱਸਦੇ ਆ ਕਿ STF ਦੇ ਕਾਂਸਟੇਬਲ ਦਲਦੀਪ ਸਿੰਘ ਨੂੰ ਗੋਲੀ ਲੱਗੀ, ਗੋਲੀ ਇੱਥੋਂ ਗਲ ਦੇ ਲਾਗਿਓਂ ਵੱਜੀ ਆ ਤੇ ਮੁੜ ਕੇ ਵੱਖੀ ਚੋਂ ਨਿਕਲ ਗਈ ਆ, ਮਰ ਗਿਆ। ਹਾਲਾਂਕਿ ਉਹ ਜਿਹੜੇ ਤਸਕਰ ਸੀਗੇ ਉਹ ਛੱਡ ਕੇ ਮੋਟਰਸਾਈਕਲ ਆਪਣਾ ਫਰਾਰ ਹੋ ਗਏ। ਉਹਨਾਂ ਦੀ ਭਾਲ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਆ। ਪਰ ਦੱਸਦੇ ਕਿ ਜਦੋਂ ਇਹਨਾਂ ਨੂੰ ਜੱਫਾ ਪਾਇਆ ਗਿਆ, ਜਿਹੜੇ ਬੰਦੇ ਨੇ ਜਾ ਕੇ ਜੱਫਾ ਪਾਇਆ, ਭੌਂਕੇ ਉਹਨਾਂ ਨੇ ਜਦੋਂ ਫਾਇਰ ਮਾਰਿਆ, ਉਹ ਤੇ ਪਾਸੇ ਹੋ ਗਿਆ। ਇਹ ਸਾਈਡ ਤੇ ਸੀਗਾ ਜਿਹਨੂੰ ਜਾ ਕੇ ਫਾਇਰ ਲੱਗਾ। ਇਹ ਵਿਚਾਰੇ ਦਾ ਮੇਰੇ ਖਿਆਲ ਦੇ ਨਾਲ 2 ਸਾਲ ਪਹਿਲਾਂ ਵਿਆਹ ਹੋਇਆ ਸੀਗਾ ਤੇ ਬਹੁਤ ਜ਼ਿਆਦਾ ਗਮਗੀਨ ਮਾਹੌਲ ਹੈ ਇਹਦੇ ਘਰ ਦੇ ਵਿੱਚ। ਤਾਂ ਹੁਣ ਇੱਥੇ ਇੱਕ ਚੀਜ਼ ਹੋਰ ਵੀ ਬਣਦੀ ਹੈ ਰਾਜਕਰਨਵੀਰ ਸਿੰਘ ਜੀ, ਪਰ ਉਸ ਤੋਂ ਪਹਿਲਾਂ ਮੈਂ ਦੱਸ ਦੇਵਾਂ ਕਿ ਇੱਕ ਹੋਰ ਵੀ ਕਾਰਵਾਈ ਹੋਈ ਆ ਜੀ। ਇਹਦੇ ਵਿੱਚ ਵੀ ਦੱਸਦੇ ਆ ਕਿ STF ਦੇ ਮੁਖੀ ਹਰਪ੍ਰੀਤ ਸਿੰਘ ਤੇ ਵੀ ਗੋਲੀ ਚੱਲੀ ਆ ਕੱਲ, ਕਿਤੇ ਦੱਸਦੇ ਆ। ਉਹਦੇ ਵਿੱਚ ਵੀ
ਸਾਡੇ ਕਿ AK ਸੀਰੀਜ਼ ਵਾਲੀਆਂ ਕੁਝ ਰਾਈਫਲਾਂ ਤੇ ਕੁਝ ਮੈਗਜ਼ੀਨ ਜਿਹੜੇ ਬਰਾਮਦ ਹੋਏ, ਉਹਦੀ ਤਫਸੀਲ ਨਹੀਂ ਹੈਗੀ ਮੇਰੇ ਕੋਲ, ਉਹ ਟੈਲੀਵਿਜ਼ਨ ਚੈਨਲ ਤੇ ਖਬਰ ਚੱਲਣ ਰਹੀ ਸੀ। ਤਾਂ ਕਹਿਣ ਦਾ ਮਤਲਬ ਮੇਰਾ ਇਹ ਆ ਕਿ ਹੁਣ ਜਿਹੜੀ STF ਹੈ ਇਦਾਂ ਹੀ ਫੜਦੇ ਆ ਬੰਦਾ, ਜਾ ਕੇ ਯਕਦਮ ਦਬੋਚਦੇ ਆ, ਜੱਫਾ ਮਾਰਦੇ ਆ ਜਾਂ ਘੇਰਦੇ ਆ, ਤਾਂ ਜਵਾਬੀ ਹਮਲੇ ਦਾ ਡਰ ਬਹੁਤ ਬਣਿਆ ਰਹਿੰਦਾ ਹੈ, ਕਿਉਂਕਿ ਸਾਦੇ ਕੱਪੜਿਆਂ 'ਚ ਜਾਂਦੇ ਆ। ਤੇ ਕਹਿਣ ਦਾ ਮਤਲਬ ਹੈ ਕਿ ਇਹਨਾਂ ਨੂੰ ਪੂਰੇ ਸੰਦ ਸੱਪੇ ਦੇਣੇ ਚਾਹੀਦੇ ਆ ਬਚਾਅ ਵਾਸਤੇ। ਜਿੱਦਾਂ ਮੁੰਬਈ ਦੇ ਵਿੱਚ ਤੁਸੀਂ ਵੇਖਿਆ ਹੋਊਗਾ, ਬੁਲਟ ਪ੍ਰੂਫ ਜੈਕਟਾਂ ਹੁੰਦੀਆਂ, ਉਹਨਾਂ ਦੇ ਕੋਲ ਹੈਲਮਟਾਂ ਹੁੰਦੀਆਂ, ਬਹੁਤ ਕੁਝ ਹੁੰਦਾ ਹੈ, ਕਿਉਂਕਿ ਉੱਥੇ ਇਸ ਤਰ੍ਹਾਂ ਦੀ ਕ੍ਰਾਈਮ ਦੀ ਸਮੱਸਿਆ ਸੀਗੀ ਔਰ ਹੈ ਵੀ ਹੈ, ਹਾਲੇ ਵੀ ਹੈ। ਤਾਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਇਹ ਤਸਕਰ ਹਥਿਆਰਬੰਦ ਹੋਏ ਆ, ਜਿਸ ਤਰ੍ਹਾਂ ਉਹ ਜਵਾਬੀ ਹਮਲਾ ਕਰਦੇ ਆ, ਇਹ ਕਿਤੇ ਨਾ ਕਿਤੇ ਦੇਖੋ ਜਾਨ ਹਰੇਕ ਬੰਦੇ ਦੀ, ਆਪਾਂ ਜੇ ਕਿਸੇ ਨੂੰ ਪੁਲਿਸ ਮਾਰ ਦਿੰਦੀ ਆ ਨਜਾਇਜ਼ ਤੌਰ ਤੇ ਆਪਾਂ ਕਹਿੰਦੇ ਕਿ ਗਲਤ ਆ, ਪਰ ਜੇ ਕੋਈ ਪੁਲਿਸ ਵਾਲਾ ਮਰਦਾ ਤੇ ਉਹ ਵੀ ਗਲਤ ਹੈ ਨਾ, ਉਹ ਵੀ ਤੇ ਇਨਸਾਨੀ ਜਾਨ ਹੀ ਹੈ ਨਾ, ਉਹ ਵੀ ਤੇ ਕਿਸੇ ਦੇ ਘਰ ਦਾ ਉਜਾੜਾ ਹੀ ਆ। ਤਾਂ ਉਹ ਜਾਨ ਦੀ ਹਿਫਾਜ਼ਤ ਵਾਸਤੇ ਸੋਚਣਾ ਪਊਗਾ, ਇਹਨਾਂ ਨੂੰ ਵਿਚਾਰਨਾ ਪਊਗਾ, ਕਿਉਂਕਿ ਹਥਿਆਰਬੰਦ ਹੋ ਰਹੇ ਆ ਤਸਕਰ। ਇਹ ਗੱਲ ਇਹਨਾਂ ਨੂੰ ਹੁਣ ਵਿਚਾਰ ਲੈਣੀ ਚਾਹੀਦੀ ਹੈ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਅਫੀਮ ਦੀ ਖੇਤੀ ਬਾਰੇ ਪਟੀਸ਼ਨ ਤੇ ਜੱਜ ਨੇ ਦਿੱਤਾ ਜਵਾਬ। ਹਾਂਜੀ, ਹੁਣ ਇਹਨਾਂ ਦੇ ਜਵਾਬ ਆ ਗਿਆ। ਇਹ ਬਹੁਤ ਲੰਮੇ ਸਮੇਂ ਤੋਂ ਬਹਿਸ ਛਿੜੀ ਹੋਈ ਆ, ਕਿਉਂਕਿ ਇੱਕ ਵਰਗ ਹੈ ਆਪਣੇ ਸਮਾਜ ਦੇ ਵਿੱਚ ਜੋ ਰਵਾਇਤੀ ਨਸ਼ਿਆਂ ਦਾ ਜਾਂ ਕੁਦਰਤੀ ਨਸ਼ਿਆਂ ਦਾ ਇੱਕ ਖੁੱਲਾ ਮਾਮਲਾ ਚਾਹੁੰਦਾ ਕਿ ਖੁੱਲਾ ਹੋਵੇ, ਖੁੱਲ ਹੋਵੇ। ਤਾਂ ਉਹਦਾ ਵਿਰੋਧ ਕਰਨ ਵਾਲਾ ਵੀ ਇੱਕ ਵਰਗ ਹੈ ਜਿਹੜਾ ਕਹਿੰਦਾ ਕਿ ਨਹੀਂ। ਤਾਂ ਇਸੇ ਤਰ੍ਹਾਂ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਜਾਂਦੀ ਆ। ਪਟੀਸ਼ਨ ਦੇ ਵਿੱਚ ਮੇਰੇ ਖਿਆਲ ਦੇ ਨਾਲ ਸਮਾਜ ਬਚਾਓ ਸੰਘਰਸ਼ ਕਮੇਟੀ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਨੌਜਵਾਨ ਸਿੰਥੈਟਿਕ ਨਸ਼ੇ ਦੇ ਨਾਲ ਮੌਤ ਦੇ ਮੂੰਹ ਵਿੱਚ ਜਾ ਰਹੇ ਆ, ਸਰਕਾਰ ਸਾਰਾ ਜ਼ੋਰ ਲਾ ਕੇ ਵੀ ਨਸ਼ੇ ਤੇ ਰੋਕ ਲਾਉਣ ਵਿੱਚ ਨਾਕਾਮ ਰਹੀ ਆ। ਇਸ ਲਈ ਹੁਣ ਇਹੀ ਰਸਤਾ ਬਚਦਾ ਵਾ ਕਿ ਰਵਾਇਤੀ ਨਸ਼ਿਆਂ ਦੀ ਖੇਤੀ ਕੀਤੀ ਜਾਵੇ। ਇੱਕ ਤਾਂ ਇਹਦੇ ਨਾਲ ਕਿਸਾਨਾਂ ਨੂੰ ਫਾਇਦਾ ਹੋਊਗਾ, ਦੂਜਾ ਇਹਦੇ ਨਾਲ ਨੌਜਵਾਨ ਸਿੰਥੈਟਿਕ ਨਸ਼ੇ ਤੋਂ ਦੂਰ ਰਹਿਣਗੇ। ਤਾਂ ਹੁਣ ਅਦਾਲਤ ਦਾ ਕੀ ਪ੍ਰਤੀਕਰਮ ਆ? ਉਹ ਕਹਿੰਦੇ ਆ ਕਿ ਦੇਖੋ ਹਜੇ ਕੋਈ ਕਸਰ ਬਾਕੀ ਹੈ ਪੰਜਾਬ ਦੇ ਵਿੱਚ, ਜਿਹੜਾ ਹੁਣ ਤੁਸੀਂ ਇਹ ਨਸ਼ਾ ਬੀਜਣਾ ਇੱਥੇ, ਤੇ ਨਾਲ ਕਿਹਾ ਕਿ ਤੁਸੀਂ ਤੁਰੰਤ ਅਰਜੀ ਵਾਪਸ ਲੈਂਦੇ ਜੇ, ਨਹੀਂ ਤੇ ਫਿਰ ਭਾਰੀ ਜੁਰਮਾਨਾ ਠੋਕਿਆ ਜਾਵੇ ਇਹਦੇ ਤੇ। ਤਾਂ ਵਕੀਲ ਨੇ ਨਾਲ ਦੀ ਨਾਲ ਹੀ ਉਹ ਅਰਜੀ ਜਿਹੜੀ ਆ ਝਟਪਟ ਵਾਪਸ ਲੈ ਲਈ, ਕਿਉਂਕਿ ਸੰਭਾਵਨਾ ਇਹ ਸੀਗੀ ਕਿ ਉਹਨਾਂ ਤੇ ਭਾਰੀ ਜੁਰਮਾਨਾ ਵੀ ਲਾਇਆ ਜਾ ਸਕਦਾ ਸੀ। ਤਾਂ ਕਾਨੂੰਨੀ ਤੌਰ ਤੇ ਦੇਖੋ ਇਹ ਮਾਮਲਾ ਆਪਾਂ ਸਿਆਸੀ ਤੌਰ ਤੇ ਵੀ ਦੇਖਦੇ ਹਾਂ, ਕਈ ਵਾਰ ਮੰਗ ਉੱਠੀ ਆ। ਡਾਕਟਰ ਧਰਮਵੀਰ ਗਾਂਧੀ ਦੇ ਹੱਕ 'ਚ ਬਿਲਕੁਲ ਖੁੱਲ ਕੇ ਖਲੋ ਚੁੱਕੇ ਆ, ਕੁਝ ਹੋਰ ਲੀਡਰ ਵੀ ਖਲੋਦੇ ਆ। ਕੈਪਟਨ ਅਮਰਿੰਦਰ ਸਿੰਘ ਵੀ ਖੁੱਲੇ ਤੌਰ ਤੇ ਇਨਕਾਰ ਨਹੀਂ ਕਰਦੇ, ਉਹ ਕਹਿੰਦੇ ਕੇਂਦਰ ਮੰਗ ਕਰਦੇ ਆ, ਕੇਂਦਰ ਦੇ ਦੇਵੇ ਸਾਨੂੰ ਇਜਾਜ਼ਤ, ਤੇ ਕੋਈ ਚੱਕਰ ਨਹੀਂ ਹੈ। ਪਰ ਹੁਣ ਕਾਨੂੰਨੀ ਨੁਕਤੇ ਨਿਗਾਹ ਤੋਂ ਵੇਖਣਾ ਲਾਜ਼ਮੀ ਸੀਗਾ ਕਿ ਕਾਨੂੰਨ ਕਿੱਥੇ ਕੋ ਖੜਦਾ। ਤਾਂ ਹਾਈ ਕੋਰਟ ਜਾਨੀ ਪਹਿਲੇ ਪੌੜੀ ਇਸ ਮਾਮਲੇ ਦੀ ਜਿਹੜੀ ਕਾਨੂੰਨੀ ਲੜਾਈ ਦੀ ਸੀ, ਉਹਦੇ ਵਿੱਚ ਉਹਨਾਂ ਲੋਕਾਂ ਨੂੰ ਹਾਰ ਮਿਲੀ ਆ ਜੋ ਰਵਾਇਤੀ ਨਸ਼ੇ ਦੇ ਪੱਖਦਾਰ ਆ। ਤਾਂ ਹਾਈ ਕੋਰਟ ਨੇ ਰੱਦ ਕਰ ਦਿੱਤਾ ਮਾਮਲੇ ਨੂੰ। ਕੀ ਸੁਪਰੀਮ ਕੋਰਟ ਤੱਕ ਜਾਣ ਦੀ ਜ਼ਰੂਰਤ ਕਰਨਗੇ ਇਹ ਜਿਹੜੇ ਲੋਕ ਰਵਾਇਤੀ ਨਸ਼ਿਆਂ ਦੇ ਪੱਖਦਾਰ ਆ, ਜਾਂ ਫਿਰ ਉਹ ਸਮਝ ਜਾਣਗੇ ਕਿ ਨਹੀਂ ਹਾਲੇ ਸਾਡੀ ਦਾਲ ਨਹੀਂ ਗਲਣੀ। ਸੋ ਇੰਤਜ਼ਾਰ ਕਰਦੇ ਆ, ਮਾਮਲਾ ਦਿਲਚਸਪ ਆ। ਪਰ ਇੱਕ ਚੀਜ਼ ਹੈ ਕਿ ਜੋ ਸਿੰਥੈਟਿਕ ਡਰੱਗ ਤਬਾਹੀ ਕਰਦਾ ਪਿਆ, ਦੇਖੋ ਨਸ਼ਾ ਕੋਈ ਵੀ ਮਾੜਾ, ਨਸ਼ੇ ਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ, ਪਰ ਜੋ ਲੀਗਲਾਈਜ਼ ਨਸ਼ਾ ਲੋਕ ਕਰੀ ਜਾਂਦੇ ਆ ਉਹ ਹਰ ਇੱਕ ਬੰਦੇ ਦੇ ਵਿਵੇਕ ਤੇ ਜਾਂ ਉਹਦੀ ਚੋਣ ਤੇ ਛੱਡ ਦਿੱਤਾ ਜਾਂਦਾ। ਪਰ ਰੌਲਾ ਇਹ ਆ ਕਿ ਜਿੰਨਾ ਨੁਕਸਾਨ ਸਿੰਥੈਟਿਕ ਡਰੱਗ ਦੇ ਨਾਲ ਹੋ ਰਿਹਾ, ਜਿੱਦਾਂ ਪੀੜ੍ਹੀ ਨਾਸ਼ ਹੋ ਰਹੀ ਆ, ਉਹਨੂੰ ਬਚਾਉਣ ਵਾਸਤੇ ਕੁਛ ਨਾ ਕੁਛ ਠੋਸ ਨੀਤੀ ਤੇ ਤੁਹਾਨੂੰ ਫਿਰ ਲਿਆਉਣੀ ਪਵੇਗੀ ਨਾ। ਚਾਹੇ ਕੁਛ ਵੀ ਆ, ਚਾਹੇ ਉਹਦੇ 'ਚ ਮੈਡੀਸਨ ਕੋਈ ਏਦਾਂ ਦੀ ਹੋਵੇ ਜਿਹਦਾ ਇੱਕ ਤੇ ਪਸਾਰ ਆ ਜਿਹੜਾ ਉਹ ਘਰ ਘਰ ਤੱਕ ਹੋਵੇ ਕਿ ਤੁਸੀਂ, ਕਿਉਂਕਿ ਸਾਡੇ ਕੋਲ ਇੱਕ ਸਮੱਸਿਆ ਵੀ ਹੈ ਨਾ ਕਿ ਬੀਬੀਆਂ ਵੀ ਵਿੱਚ ਬਹੁਤ ਸਾਰੀਆਂ ਐਡਿਕਟਡ ਨੇ, ਪੀੜਤ ਨੇ। ਤਾਂ ਸੋਸ਼ਲੀ ਸਟਿਗਮਾ ਹੁੰਦਾ ਕਿਸੇ ਵੀ ਤੁਹਾਨੂੰ ਪਤਾ ਸਮਾਜ ਦੇ ਵਿੱਚ, ਤਾਂ ਉਹ ਇੱਕ ਸਮੱਸਿਆ, ਯਾਨੀ ਪਸਾਰ ਇਦਾਂ ਦਾ ਹੋਵੇ ਕਿ ਤੁਸੀਂ ਘਰ ਘਰ ਤੱਕ ਇਲਾਜ ਖੱਟ ਸਕੋ, ਤੁਸੀਂ ਬੰਦੇ ਨੂੰ ਚੁਣ ਸਕੋ ਕਿ ਆਹ ਬੰਦਾ ਪੀੜਤ ਹੈ ਯਾਰ, ਅਸੀਂ ਇਹਨੂੰ ਕਿਤੇ ਨਾ ਕਿਤੇ ਹਲਾਸ਼ੇਰੀ ਦੇ ਕੇ ਤੇ ਤਿਆਰ ਕਰਨਾ ਵਾ। ਇਸ ਤਰ੍ਹਾਂ ਦਾ ਮੈਕੈਨਿਜ਼ਮ ਤੁਹਾਨੂੰ ਖੜਾ ਕਰਨਾ ਪਊਗਾ ਜੇ ਤੁਸੀਂ ਰਵਾਇਤੀ ਨਸ਼ੇ ਨੂੰ ਤਲਾਂਜਲੀ ਦੇ ਰਹੇ ਹੋ ਕਿ ਨਹੀਂ ਅਸੀਂ ਇਹ ਨਹੀਂ ਕਰ ਸਕਦੇ, ਪਰ ਫਿਰ ਤੁਹਾਨੂੰ ਦੂਜੇ ਪਾਸੇ ਮਜ਼ਬੂਤੀ ਨਾਲ ਕੰਮ ਕਰਨਾ ਪਊਗਾ। ਜੀ ਜੀ ਜੀ। ਅਤੇ ਮਿੰਟੂ ਜੀ, ਇੱਕ ਜਿਹੜੇ ਕੈਪਟਨ ਅਮਰਿੰਦਰ ਉਹਨਾਂ ਨੇ ਦਾਅਵਾ ਕੀਤਾ ਵੀ ਪੰਜਾਬ ਭਰ ਦੇ ਵਿੱਚ ਤਕਰੀਬਨ ਜਿਹੜੇ 13,000 ਪਿੰਡ ਆ ਸਾਰਿਆਂ ਦੇ ਵਿੱਚ 550 ਬੂਟੇ ਜਿਹੜੇ ਲਾ ਵੀ ਦਿੱਤੇ ਗਏ ਇਹਨਾਂ ਨੇ। ਦੇਖੋ ਗਿਣਤੀ ਕਰਨੀ ਤੇ ਹੁਣ ਔਖੀ ਆ, ਹਰੇਕ ਪਿੰਡ ਦੇ ਵਿੱਚੋਂ ਅੰਕੜਾ ਨਿਕਲੇ, ਹਰੇਕ ਪਿੰਡ ਤਸਦੀਕ ਕਰੇ, ਪਰ ਇਹਨਾਂ ਨੇ ਛੋਟ ਦਿੱਤੀ ਸੀਗੀ। ਮੈਂ ਤੁਹਾਨੂੰ ਦੱਸਾਂ, ਮੈਂ ਜ਼ਾਤੀ ਤੌਰ ਤੇ ਐਤਕੀ ਲਾਏ ਨੇ 30 ਸਾਨੂੰ ਬੂਟੇ ਮਿਲੇ ਸੀਗੇ,
ਜੀ ਤੇ ਇਹਨਾਂ ਦੀ ਐਪ ਤੇ ਜਾ ਕੇ ਉਹ ਬੂਟੇ ਬੁੱਕ ਕਰਾਈਦੇ ਸੀ, ਨਾਲ ਦੀ ਜਿਹੜੀ ਕੋਈ ਲਾਗਲੀ ਆਪਣੀ ਹੁੰਦੀ ਆ ਨਰਸਰੀ, ਉੱਥੋਂ ਪ੍ਰਾਪਤ ਹੋ ਜਾਂਦੇ ਆ। ਜੇ ਤੇ ਉਹ ਗਿਣੇ ਇਹਨਾਂ ਨੇ, ਕਿਉਂਕਿ ਹਰੇਕ ਪਿੰਡ ਦੇ ਵਿੱਚੋਂ ਆਪਣੇ ਲਹਿਰ ਚੱਲੀ ਹੋਈ ਆ ਪੰਜਾਬ ਦੇ ਵਿੱਚ, ਬਹੁਤ ਸੋਹਣਾ ਕੰਮ ਕਰ ਰਹੇ ਆ ਨੌਜਵਾਨ। ਸਾਡੇ ਮਲੋਟ ਦੇ ਵਿੱਚ 600 ਰੁੱਖ ਸ਼ਹਿਰ ਦੇ ਵਿੱਚ ਲਾਇਆ ਨੌਜਵਾਨਾਂ ਨੇ, ਪੂਰਾ ਨਕਸ਼ਾ ਹੀ ਬਦਲ ਦਿੱਤਾ। ਹੁਣ ਜੇ ਤੁਸੀਂ ਉਹਨੂੰ ਵਿੱਚ ਕਾਊਂਟ ਕਰ ਲੋਗੇ ਜਿਹੜੇ ਲੋਕਾਂ ਨੇ ਵਿਅਕਤੀਗਤ ਤੌਰ ਤੇ ਲਾਏ ਆ ਜਾਂ ਐਪ ਦੇ ਵਿੱਚ ਉਹ ਲਾਏ ਆ, ਫਿਰ ਤੇ ਸ਼ਾਇਦ ਹੋ ਸਕਦਾ ਕਿਉਂਕਿ ਮੰਨ ਲਓ ਇੱਕ ਪਿੰਡ ਦੇ ਵਿੱਚੋਂ ਮੈਂ 30 ਲੈ ਕੇ ਆਇਆ, ਸਾਡਾ ਪਰਿਵਾਰ 30 ਲੈ ਕੇ ਆਇਆ, ਤੇ ਜੇ ਕੋਈ 5-10 ਪਰਿਵਾਰ ਇਸ ਤਰ੍ਹਾਂ ਦੇ ਹੋਣਗੇ ਪਿੰਡ ਦੇ ਵਿੱਚੋਂ, ਜੇ ਐਵਰੇਜ ਲਾਈਏ, ਫਿਰ ਤੇ ਐਵਰੇਜ ਔਸਤ ਨਿਕਲ ਵੀ ਸਕਦੀ ਆ। ਪਰ ਜੇ ਤੁਸੀਂ ਆਪਣੇ ਪੱਧਰ ਤੇ ਕਹਿੰਦੇ ਹੋ ਕਿ ਅਸੀਂ ਲਵਾਏ, ਕਿਉਂਕਿ ਇਹਨਾਂ ਨੇ ਲਵਾਏ ਆ, SDM ਗਏ ਆ ਕਈ ਥਾਵਾਂ ਤੇ, ਕੁਝ ਸਕੂਲਾਂ 'ਚ ਮੈਨੂੰ ਪਤਾ ਸਾਡੇ ਵੀ ਇੱਥੇ ਆ ਕੇ ਲਵਾ ਕੇ ਗਏ ਸੀਗੇ। ਤੇ ਜੇ ਇਸ ਤਰ੍ਹਾਂ ਕਰ ਤੇ ਹੋ ਵੀ ਸਕਦਾ, ਗਿਣਤੀ ਹੋ ਵੀ ਸਕਦੀ ਆ, ਪਰ ਅਸਲ 'ਚ ਇਹ ਆ ਕਿ 550 ਮੰਨ ਲਓ ਲਾ ਵੀ ਲਿਆ ਅੱਜ ਦੀ ਤਰੀਕ ਦੇ ਵਿੱਚ, ਤੁਸੀਂ ਨਗ ਪੂਰੇ ਕਰ ਵੀ ਲਿਆ। ਵੈਸੇ ਇਹ ਨਹੀਂ ਹੈ ਕਿ ਲਾਏ ਜਾਂ ਨਹੀਂ ਲਾਏ, ਜੇ ਤੁਸੀਂ ਲਾਏ ਵੀ ਆ ਤਾਂ 550 'ਚ ਤੁਸੀਂ ਅਗਲੇ ਸਾਲ ਤੱਕ ਬਚਾਏ ਕਿੰਨੇ ਆ, ਇਹ ਇੱਕ ਬਹੁਤ ਵੱਡੀ ਚੁਣੌਤੀ ਰਹੇਗੀ। ਇੱਥੇ ਤੇ ਅਮਲੀ ਜਿਹੜੇ ਆ ਉਹ ਟਰੀ ਗਾਰਡ ਨਹੀਂ ਛੱਡਣ ਦੇ, ਟਰੀ ਕਿੰਨੇ ਛੱਡਣੇ ਆ। ਜੀ ਜੀ ਬਿਲਕੁਲ, ਇੱਕ ਵੱਡੀ ਜਿਹੜੀ ਅਹਿਮ ਚੀਜ਼ ਆ ਸੋਚਣ ਵਾਲੀ ਆ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ